So next is chromosomal theory of inheritance. Mendel published his work in 1865. ਮੈਂਡਲ ਨੇ ਆਪਣਾ ਸਾਰਾ ਵਰਕ 1865 ਦੇ ਵਿੱਚ ਇਨਹੈਰੀਟੈਂਸ ਆਫ ਕਰੈਕਟਰਸ ਦੇ ਉੱਪਰ ਪਬਲਿਸ਼ ਕਰ ਲਿਆ ਸੀ। But for several reasons it remained unrecognized till 1900. 1900 ਤੱਕ ਉਹਦੇ ਕੰਮ ਨੂੰ ਕੋਈ ਨਹੀਂ ਸੀ ਜਾਣਦਾ। Why? First reason ਕੀ ਸੀ? This may ask in questions. First is communication was not easy. ਉਸ ਟਾਈਮ ਦੇ ਉੱਤੇ communication ਇੰਨੀ ਸੌਖੀ ਨਹੀਂ ਸੀ ਜਿੰਨੀ ਅੱਜ ਦੇ ਟਾਈਮ ਤੇ ਆ। Secondly, his concept of genes factor are stable and discrete unit that control the expression of trait of the pair of allele which did not blend with each other was not accepted by the contemporaries as the explanation of the apparental continuous variation as seen in nature. According to this, ਇਹਦਾ meaning ਕੀ ਆ? Second point ਦਾ ਕਿ ਜਿਹੜਾ ਉਹਨੇ genes ਬਾਰੇ ਗੱਲ ਕਹੀ ਉਹਨੇ ਫੈਕਟਰ ਕਿਹਾ ਸੀ, but now these are the genes ਕਿ genes stable ਨੇ, discrete unit ਨੇ ਤੇ ਕੰਟਰੋਲ ਕਰਦੇ ਆ ਕਿਸੇ ਵੀ ਟ੍ਰੇਟ ਦੇ ਐਕਸਪ੍ਰੈਸ਼ਨ ਨੂੰ। ਤੇ ਇਹਨਾਂ ਇਹ ਕਾਹਦੇ ਨੇ ਅੱਗੇ ਇਹਨਾਂ ਕੋਲ ਕੀ ਨੇ? ਇੱਕ ਪੇਅਰ ਆਫ ਲੀਲ ਆ ਜਿਹੜੇ ਆਪਸ 'ਚ ਮਿਕਸ ਨਹੀਂ ਹੁੰਦੇ। ਬਲੈਂਡ ਮੀਨਸ ਹੁੰਦਾ ਮਿਕਸ ਨਹੀਂ ਹੁੰਦੇ। ਇਹ ਗੱਲ ਨੂੰ ਉਹਦੇ ਨਾਲ ਦਿਆਂ ਨੇ ਨਹੀਂ ਮੰਨਿਆ। ਕਿਉਂ? ਕਿਉਂਕਿ ਉਹ ਕਹਿੰਦੇ ਸੀ ਵੀ ਕੁਦਰਤ 'ਚ ਤਾਂ ਇੰਨੀ ਵੇਰੀਏਸ਼ਨ ਹੁੰਦੀ ਆ, ਤੂੰ ਤਾਂ ਕਹਿਣਾ ਇਹ ਬਲੈਂਡ ਨਹੀਂ ਹੁੰਦੇ। ਥਰਡ, ਮੈਂਡਲਸ ਅਪਰੋਚ ਆਫ ਯੂਜ਼ਿੰਗ ਮੈਥੇਮੈਟਿਕਸ ਬਾਇਓ ਦੇ ਵਿੱਚ ਮੈਥ ਨੂੰ ਯੂਜ਼ ਕਰਨਾ ਪੁਨਟ ਸਕੁਅਰ, ਇਹ ਵੀ ਇੱਕ ਨਵਾਂ ਫਾਰਮੂਲਾ ਸੀ, ਇਸ ਨੂੰ ਵੀ ਉਹ ਅਨਅਸੈਪਟ ਮੰਨ ਨਹੀਂ ਸੀ ਰਹੇ। ਨੈਕਸਟ ਪੁੱਤਰ ਜੀ ਫੋਰਥ ਕੀ ਸੀਗਾ ਕਿ ਮੈਂਡਲ ਦਾ ਜਿਹੜਾ ਵਰਕ ਸੀ ਆਫ ਫੈਕਟਰ ਵਰ ਡਿਸਕ੍ਰੀਏਟ ਯੂਨਿਟ, ਉਹਨੇ ਕਿਹਾ ਸੀ ਕਿ ਇਹ ਡਿਸਕ੍ਰੀਏਟ ਯੂਨਿਟ ਆ, ਇਹ ਨਹੀਂ ਇਸ ਦਾ ਉਹਨੇ ਕੋਈ ਫਿਜ਼ੀਕਲ ਪ੍ਰੂਫ ਨਹੀਂ ਦਿੱਤਾ। ਇਹ 4 ਰੀਜ਼ਨ ਸੀ ਜਿਹਦੇ ਕਰਕੇ ਮੈਂਡਲ ਦੇ ਕੰਮ ਨੂੰ ਉਸ ਟਾਈਮ ਦੇ ਉੱਤੇ ਇੰਨਾ ਜਾਣਿਆ ਨਹੀਂ ਗਿਆ। ਬਟ ਇਨ 1900 3 ਸਾਇੰਟਿਸਟ ਆਏ, ਡੀ ਵਰੀਜ਼, ਕੋਰੀਨਸ ਐਂਡ ਵੌਨ ਸ਼ਿਟਮਾਰਕ। ਇਹਨਾਂ ਨੇ ਇੰਡੀਪੈਂਡੈਂਟਲੀ ਅਲੱਗ-ਅਲੱਗ ਮੈਂਡਲ ਦੀ ਥਿਊਰੀ ਦੇ ਉੱਤੇ ਦੁਬਾਰੇ ਡਿਸਕਵਰੀ ਕੀਤੀ ਇਨਹੈਰੀਟੈਂਸ ਆਫ ਕਰੈਕਟਰਸ ਦੇ ਉੱਤੇ ਹੀ, ਕਿਉਂਕਿ ਹੁਣ ਟਾਈਮ ਐਡਵਾਂਸ ਹੋ ਗਿਆ ਸੀ, ਇਹਨਾਂ ਕੋਲ ਨਵੀਆਂ ਮਾਈਕਰੋਸਕੋਪਸ ਆ ਗਈਆਂ ਜਿਨ੍ਹਾਂ ਦੇ ਨਾਲ ਇਹ ਕੇਅਰਫੁਲੀ ਸੈੱਲ ਡਿਵੀਜ਼ਨ ਦੇਖ ਸਕਦੇ ਸੀ। ਦੇ ਲੈਡ ਟੂ ਦਾ ਡਿਸਕਵਰੀ, ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਡਿਸਕਵਰੀ ਕੀਤੀ ਕਿਹਦੀਆਂ ਕਿ ਨਿਊਕਲੀਅਸ ਦੇ ਵਿੱਚ ਕੋਈ ਸਟਰਕਚਰਸ ਨੇ ਜਿਹੜੀਆਂ ਡਬਲ ਹੁੰਦੀਆਂ ਨੇ, ਡਿਵਾਈਡ ਹੋਣ ਤੋਂ ਪਹਿਲਾਂ, ਸੈੱਲ ਡਿਵੀਜ਼ਨ ਤੋਂ ਪਹਿਲਾਂ ਡਬਲ ਹੁੰਦੀਆਂ ਨੇ ਤੇ ਡਿਵਾਈਡ ਹੋ ਜਾਂਦੀਆਂ ਨੇ। ਉਹਨਾਂ ਨੂੰ ਉਹਨਾਂ ਨੇ ਕਿਹਾ ਕ੍ਰੋਮੋਸੋਮ। ਕ੍ਰੋਮੋ ਮੀਨਸ ਕਲਰਡ, ਸੋਮ ਮੀਨਸ ਬੋਡੀ, ਕਲਰਡ ਬੋਡੀਜ਼। ਕਲਰਡ ਬੋਡੀਜ਼ ਕਿਉਂ ਕਿਹਾ? ਕਿਉਂਕਿ ਜਦੋਂ ਸਟੇਨਿੰਗ ਕਰਦੇ ਹਾਂ ਤਾਂ ਉਹਨਾਂ ਤੇ ਕਲਰ ਚੜ ਜਾਂਦਾ ਸੀ। ਬਾਏ 1902 chromosome movement during meiosis had been worked out। 1902 ਦੇ ਵਿੱਚ ਉਹਨਾਂ ਨੇ ਦੇਖ ਲਿਆ ਸੀ ਕਿ ਜਿਹੜੇ ਕ੍ਰੋਮੋਸੋਮ ਦੀ ਮੂਵਮੈਂਟ ਆ ਮੀਓਸਿਸ ਦੇ ਵਿੱਚ ਉਹ ਕਿਸ ਤਰ੍ਹਾਂ ਹੁੰਦੀ ਆ। ਉਸ ਤੋਂ ਬਾਅਦ ਵਾਲਟਰ ਸੁਟਨ ਐਂਡ ਥਿਓਡੀ ਬੋਬਰੀ noted that the behavior of chromosome was parallel to the behavior of genes। ਇਹਨਾਂ ਦੋਨਾਂ ਨੇ ਦੇਖਿਆ ਕਿ ਕ੍ਰੋਮੋਸੋਮ ਦਾ ਬਿਹੇਵੀਅਰ ਉੱਦਾਂ ਦਾ ਹੀ ਆ ਜਿੱਦਾਂ ਦਾ ਮੈਂਡਲ ਫੈਕਟਰਸ ਦਾ ਬਿਹੇਵੀਅਰ ਕਹਿ ਕੇ ਗਿਆ ਜੀਨਸ ਦਾ ਜੀ। ਬਿਹੇਵੀਅਰ ਆਫ ਕ੍ਰੋਮੋਸੋਮ ਡਿਊਰਿੰਗ ਮਾਈਟੋਸਿਸ ਐਂਡ ਮਿਓਸਿਸ ਸੇਮ ਆ, ਉਹ ਕਹਿੰਦਾ ਬਿਹੇਵੀਅਰ ਜਿਵੇਂ ਮਾਈਟੋਸਿਸ ਤੇ ਮਿਓਸਿਸ 'ਚ ਉਵੇਂ ਹੀ ਮੈਂਡਲ ਕਹਿ ਕੇ ਗਿਆ। ਇਹਨਾਂ ਨੇ ਫਿਰ 1900 ਦੇ ਵਿੱਚ ਉਹਦੇ ਜਿਹੜੇ ਕੰਮ ਨੂੰ ਦੁਬਾਰੇ ਰੀਪਬਲਿਸ਼ ਕੀਤਾ। ਕਿਵੇਂ ਰੀਪਬਲਿਸ਼ ਕੀਤਾ? ਪਹਿਲਾਂ ਅਲੱਗ-ਅਲੱਗ ਆਪ ਥਿਊਰੀ ਕਰ ਦੇਖੀਆਂ। ਸੈਕਿੰਡ ਇਹਨਾਂ ਨੇ ਕੀ ਦੇਖਿਆ ਕਿ ਕ੍ਰੋਮੋਸੋਮ ਐਜ਼ ਵੈਲ ਐਜ਼ ਦਾ ਜੀਨ ਅਕਰ ਇਨ ਪੇਅਰ। ਉਹ ਕਹਿੰਦੇ ਉਹਨਾਂ ਨੇ ਦੇਖਿਆ ਕਿ ਨਿਊਕਲੀਅਸ 'ਚ ਕ੍ਰੋਮੋਸੋਮ ਨੇ ਜਿਵੇਂ ਕਿ ਬਿਲਕੁਲ ਉਸੇ ਤਰ੍ਹਾਂ ਕੰਮ ਕਰਦੇ ਨੇ ਜਿਸ ਤਰ੍ਹਾਂ ਜੀਨਸ ਨੇ। ਉਹਨਾਂ ਨੇ ਦੇਖਿਆ ਕਿ ਕ੍ਰੋਮੋਸੋਮ ਵੀ ਜੀਨਸ ਦੀ ਤਰ੍ਹਾਂ ਹੀ ਪੇਅਰਸ ਦੇ ਵਿੱਚ ਆਉਂਦੇ ਨੇ। ਐਂਡ 2 ਅਲੀਲਸ ਆਫ ਅ ਜੀਨ ਪੇਅਰ, ਇੱਕ ਜੀਨ ਪੇਅਰ ਦੇ 2 ਅਲੀਲ ਆਰ ਲੋਕੇਟਡ ਇਨ ਹੋਮੋਲੋਗਸ ਸਾਈਟ ਔਰ ਹੋਮੋਲੋਗਸ ਕ੍ਰੋਮੋਸੋਮ। ਜਿਹੜੇ ਪੁੱਤਰ ਜੀ ਇਹ ਵਾਲੇ ਨੇ ਦਿਸ ਵਨ ਅਲੀਲ, ਇਹ ਕਿੱਥੇ ਪਏ ਹੁੰਦੇ ਨੇ? ਇੱਕੋ ਹੋਮੋ ਮੀਨਸ ਹੁੰਦਾ ਸੇਮ, ਲੋਗਸ ਮੀਨਸ ਸਪੇਸ। ਜਿਹੜੇ ਕ੍ਰੋਮੋਸੋਮ ਇੱਕੋ ਜਗ੍ਹਾ 'ਤੇ ਪਏ ਨੇ ਜਾਂ ਇੱਕੋ ਸਾਈਟ 'ਤੇ ਪਏ ਨੇ, ਹੋਮੋਲੋਗਸ ਕ੍ਰੋਮੋਸੋਮ ਦੇ ਵਿੱਚ 2 ਪੇਅਰ ਆਫ ਅਲੀਲਸ ਵੀ ਨੇ। ਇਹਦੀ ਐਗਜ਼ਾਮਪਲ ਲੈ ਕੇ ਉਹ ਸ਼ੋ ਕਰ ਰਿਹਾ। ਦੇ ਹੈਵ ਟੇਕਨ ਦਾ ਐਗਜ਼ਾਮਪਲ that during meiosis
ਮੀਓਸਿਸ ਦੇ ਐਨਾਫੇਜ਼ ਦੇ ਵਿੱਚ टू क्रोमोसोम पेयर कैन अलाइन एट द मैटाफेज प्लेट। हुण एनाफेज दे विच जे तुहानूं याद होवे प्लस दे विच मैटाफेज प्लेट दे उपर की हुंदा आ, दिस वन इज़ यूअर मैटाफेज प्लेट। इत्थे क्रोमोसोम्स अपने आप नूं मैटाफेज प्लेट दे उत्ते अलाइन कर लैंदे आ। आई एम शोइंग यू हेयर, इत्थे मैं तुहानूं नाल दी नाल ही बना के ड्रॉ करके दिखा रही हैं। मैटाफेज प्लेट के उपर क्रोमोसोम्स अपने आप नूं अलाइन कर लेंदे आ, ठीक है। क्रोमोसोम पेयर कैन अलाइन एट द मैटाफेज प्लेट इंडिपेंडेंटली ऑफ ईच अदर। जरूरी नहीं हैगा कि जदों अलाइनमेंट ही करनी आ तो ये नाल जिवें इकट्ठे सी ते यही क्रोमोसोम आऊगा, समझ गए। इहदा पार्ट भी आ सकता है। तो इनू कंपेयर करने दे लई उहने एग्जाम्पल लई आ हेयर। पॉसीबिलिटी 1 भी हो सकती है, वो कहता पॉसीबिलिटी 2 भी। ये मतलब कि 1 लॉन्ग ऑरेंज है तो शॉर्ट ग्रीन। आ वाला थोड़ा लॉन्ग ऑरेंज क्रोमोसोम आ, दिस वन शॉर्ट ग्रीन क्रोमोसोम, ठीक है। ये भी हो सकती है कंबीनेशन भी, जोड़ा ऑरेंज आ ग्रीन के नाल लगे तो ये भी कंबीनेशन हो सकता। जरूरी नहीं ऑरेंज ग्रीन के नाल ऑरेंज रैड के नाल भी आ सकता है। दोनों पॉसीबिलिटीज़ पॉसीबल ने बिकॉज दे आर इंडिपेंडेंट ऑफ ईच अदर। जरूरी नहीं भी उन्हें उहदे नाल ही रहना है। मैटाफेज प्लेट तो किसी नाल भी आ सकता है तो उहदे नाल ही वख हो रहा शोर कर रहे हैं तुहानूं। दोनों 50% चांस ने, पॉसीबिलिटी 1 दे भी तो पॉसीबिलिटी 2 दे भी। यही गल कही उन्हें भी नैक्सट तुहाडे कोले कि क्रोमोसोम ते जीन्स जिहड़े पेयर च नहीं हुंदे ने ते जिहड़े होमोलोगस क्रोमोसोम्स ने उन्हां दे सैग्रीगेशन जिहड़ा चांस आ इंडिपेंडेंटली असॉर्ट होना 50-50% आ। Sutton and Boveri argued that the pairing and separation of a pair of chromosome, किसी भी क्रोमोसोम का पेयर बनाना अपने नाल ते वो तो वख होना, would lead to the segregation of a pair of factors that carried on। ਇਹਦਾ मतलब ये आ कि जे मेरे आ क्रोमोसोम आ ਜਿਹੜੇ ਉਹਦੇ ਉੱਤੇ जीन्स ਪਏ ਨੇ, जे इन्ना पार्ट वख हुंदा आ दूसरे नालों तो जिहड़े इहदे ते फैक्टर्स ने वो भी वख होणगे। यही गल होनी सैग्रीगेशन ऑफ ए पेयर ऑफ फैक्टर्स दे कैरिड। वो क्रोमोसोम जिहड़े मतलब जीन्स नूं इन्हां ने इत्थे फैक्टर कहता कैरी कर रहे हैं, वो भी उहदे नाल सैग्रीगेट होणगे। सो टू द नॉलेज ऑफ क्रोमोसोम सैग्रीगेशन विद मैंडेलियन प्रिंसिपल, सूटन ने सेम क्रोमोसोम थ्योरी दी जिहड़ी मैंडल ने दी सी ते इहने अपनी थ्योरी का नाम रखता क्रोमोसोमल थ्योरी ऑफ इनहेरिटेंस। मैंडल ने जीन्स दी दी सी, इन्हें क्रोमोसोम की थ्योरी दी सी। फिर उन्हें यदा एक्सपैरीमेंटल प्रूफ किया क्रोमोसोमल थ्योरी का। वो एक्सपैरीमेंटल प्रूफ किया गया थॉमस हंट मॉर्गन द्वारा ते उहदे कलीग द्वारा। इन्हों ने फिर डिस्कवरी की वेरीएशन के उत्ते, बेसिस ऑन द वेरीएशन के उत्ते दैट सैक्शुअल रिप्रोडक्शन प्रोड्यूस, कि सैक्शुअल रिप्रोडक्शन के विच वेरीएशन पैदा होंदियां ने, ये शो किया। इहदे लई मॉर्गन ने पुत्र जी किहदे ते काम किया, उन्हें फ्रूट फ्लाई ते काम किया। उसका साइंटिफिक नेम आ ड्रोसोफिला मिलैनोगैस्टर, ठीक है। दिस वन इज़ योर फ्रूट फ्लाई। इस फ्रूट फ्लाई के उत्ते उन्हें काम किया। वो अगे आ लिंक की काम आ। हुण इत्थे क्वेश्चन ये आ कि उन्हें ड्रोसोफिला मिलैनोगैस्टर ही क्यों लई, जिहड़ा उन्हें एक्सपैरीमेंट किया वो अगे आ, बट उन्हें इत्थे क्वेश्चन आ क्यों लई उन्हें, बिकॉज दे कुड बी ग्रोन ऑन द सिंपल सिंथैटिक मीडियम। इन्हें लैबोरेटरी दे विच सिंथैटिक मीडियम के नेचर च रखने की जरूरत नहीं, उहदे ते भी ग्रो किया जा सकता सी। उस तो बिना ये अपने लाइफ साइकिल नूं 2 हफ्तिਆਂ 'ਚ कंप्लीट कर लैंदी सी ते सिंगल मेटिंग कुड प्रोड्यूस ए लार्ज नंबर ऑफ प्रोजनी, ते एक बारी ही जदों इहदी रिप्रोडक्शन हुंदी सी किन्ने सारे बच्चे पैदा कर दिंदी सी। देयर वाज ए क्लीयर डिफरेंस ऑफ द सैक्स, मेल ते फीमेल का अलग अलग फर्क दिसदा सीगा, ठीक है। हेयर दे हैव शोन यू मेल स्मॉल आ, फीमेल का साइज वड्डा आ, एंड हैज़ मैनी टाइप्स ऑफ हैरीडिटी वेरीएशन। तो ये बहुत ज़्यादा वेरीएशन शो होंदियां सी जिहड़ियां कि असीं लो पावर माइक्रोस्कोप नाल भी देख सकते सी। इन्हां रीजनस दे करके मैंडल ने सॉरी तुहाडे कोले मॉर्गन ने ड्रोसोफिला मिलैनोगैस्टर नूं फ्रूट फ्लाई नूं एक्सपैरीमेंट दे लई चूज़ किया। हुण एक्सपैरीमेंट की है दैट वी विल डू टुमारो।